ਭ੍ਰਿਸ਼ਟਾਚਾਰ ਦੇ ਖਿਲਾਫ ਉਹ ਲੋਕ ਬੋਲਦੇ ਨੇ ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਕਰਨ ਦਾ ਮੌਕਾ ਨਹੀਂ ਮਿਲਦਾ। ਇੱਥੇ ਵੀ ਇੱਕ ਸੰਘਰਸ਼ ਦੀ ਲੋੜ ਹੈ। ਇਸ ਸੁਸਾਇਟੀ ਨੂੰ, ਇਸ ਸਮਾਜ ਨੂੰ ਬਿਹਤਰ ਬਣਾਉਣ ਲਈ ਸਾਨੂੰ ਇੱਥੇ ਇੱਕ ਸੰਘਰਸ਼ ਕਰਨ ਦੀ ਲੋੜ ਹੈ। ਬਹੁਤੇ ਬਾਹਰਲੇ ਲੋਕਾਂ ਨੂੰ ਜਾਣਦੇ ਜਾਣਦੇ ਅਸੀਂ ਬਹੁਤੀ ਵਾਰ ਆਪਣੇ ਆਪ ਨੂੰ ਜਾਣਨ ਤੋਂ ਵਾਂਝੇ ਰਹਿ ਜਾਂਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਲਾਮ। ਇੱਕ ਚੰਗਾ ਉਦਮ ਹੋ ਸਕਦਾ ਹੈ। ਮੈਨੂੰ ਲੱਗਦਾ ਮੈਂ ਜਦੋਂ ਪਹਿਲੀ ਵਾਰ ਇਸ ਤਰ੍ਹਾਂ ਦੇ ਫੰਕਸ਼ਨ ਬਾਰੇ ਜਾਣਿਆ ਤਾਂ ਮੈਨੂੰ ਲੱਗਾ ਕਿ ਇੱਕ ਚੰਗੀ ਗੱਲ ਹੈ। ਯਾਨੀ ਅਸੀਂ ਬਹੁਤ ਲੋਕਾਂ ਨੂੰ ਜਾਣਦੇ ਹਾਂ ਜ਼ਿੰਦਗੀ ਦੇ ਵਿੱਚ। ਆਮ ਤੌਰ 'ਤੇ ਜਿਨ੍ਹਾਂ ਸਮਿਆਂ ਦੇ ਵਿੱਚ ਅਸੀਂ ਜੀ ਰਹੇ ਹਾਂ ਉਹਨਾਂ ਦੇ ਵਿੱਚ ਇਹ ਦੇਖਿਆ ਜਾਂਦਾ ਕਿ ਕੋਈ ਬੰਦਾ ਕਿੰਨੇ ਲੋਕਾਂ ਨੂੰ ਜਾਣਦਾ ਹੈ। ਉਹਦੀ ਸਫਲਤਾ ਦਾ ਇੱਕ ਪੈਮਾਨਾ ਇਹ ਵੀ ਹੈ। ਪਰ ਬਹੁਤੇ ਬਾਹਰਲੇ ਲੋਕਾਂ ਨੂੰ ਜਾਣਦੇ ਜਾਣਦੇ ਅਸੀਂ ਬਹੁਤੀ ਵਾਰ ਆਪਣੇ ਆਪ ਨੂੰ ਜਾਣਨ ਤੋਂ ਵਾਂਝੇ ਰਹਿ ਜਾਂਦੇ, ਯਾਨੀ ਆਪਣੇ ਆਪ ਨਾਲ ਗੱਲ ਕਰਨ ਦਾ ਮੌਕਾ ਹੀ ਨਹੀਂ ਮਿਲਦਾ। ਮੈਨੂੰ ਲੱਗਦਾ ਤੁਸੀਂ ਵਿੱਚੋਂ ਬਹੁਤੇ ਮੇਰੇ ਨਾਲ ਸਹਿਮਤ ਹੋਵੋਗੇ। ਜਦੋਂ ਦਵਿੰਦਰ ਹੋਰਾਂ ਨੇ ਮੈਨੂੰ ਕਿਹਾ ਕਿ ਆ ਕੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ, ਮਤਲਬ ਸਕਸੈਸ ਸਟੋਰੀ, ਅਸੀਂ ਗੁਰਪ੍ਰੀਤ ਵਿਰਕ ਮੇਰੇ ਕੁਲੀਗ ਨੇ, ਅਸੀਂ PIU ਦੇ ਵਿੱਚ ਬਹੁਤ ਸਾਰੇ ਫਾਰਮਰਸ ਦੀਆਂ ਸਕਸੈਸ ਸਟੋਰੀਜ਼ ਨੂੰ ਡੀਲ ਕਰਦੇ ਹਾਂ। ਮੈਨੂੰ ਲੱਗਦਾ ਹੁੰਦਾ ਵੀ ਸਕਸੈਸ ਸਟੋਰੀ ਆਪਣੇ ਆਪ ਦੇ ਵਿੱਚ ਨਾ ਇੱਕ ਰਿਲੇਟਿਵ ਜਿਹਾ ਕਨਸੈਪਟ ਹੈ। ਯਾਨੀ ਇੱਕ ਬੰਦੇ ਦੀ ਸਕਸੈਸ ਜ਼ਰੂਰੀ ਨਹੀਂ ਕਿ ਕਿਸੇ ਹੋਰ ਬੰਦੇ ਲਈ ਵੀ ਓਨੀ ਮਾਨਾਖੇਜ਼ ਹੋਵੇ। ਯਾਨੀ ਹੋ ਸਕਦਾ ਬਈ ਉਹਦੇ ਸਕਸੈਸ ਦੇ ਮਾਪਦੰਡ ਹੋਰ ਹੋਣ, ਪੈਰਾਮੀਟਰਸ ਹੋਰ ਹੋਣ। ਮੈਂ ਅੱਜ ਆਪਣੀ ਸਾਥਣ ਨਾਲ, ਆਪਣੀ ਵਾਈਫ ਨਾਲ ਗੱਲ ਕਰ ਰਿਹਾ ਸੀ ਕਿ ਬਹੁਤ ਸਾਰੇ ਲੋਕਾਂ ਨੇ ਉੱਥੇ ਕਾਮਯਾਬੀ ਦੀਆਂ ਗੱਲਾਂ ਕਰਨੀਆਂ। ਮੇਰੇ ਕੋਲ ਕਾਮਯਾਬੀ ਦੇ ਨਾਂ 'ਤੇ ਦੱਸਣ ਨੂੰ ਕੀ ਹੈ? ਉਹ ਕਹਿੰਦੀ ਤੁਸੀਂ ਨਾ ਕਾਮਯਾਬੀ ਦੀਆਂ ਗੱਲਾਂ ਕਰ ਲਿਓ। ਮੈਨੂੰ ਲੱਗਦਾ ਕਿ ਆਮ ਤੌਰ ਦੇ ਉੱਤੇ ਸਾਨੂੰ ਇਹ ਸਿਖਾਇਆ ਜਾਂਦਾ ਬਚਪਨ ਤੋਂ ਕਿ ਇਹ ਕੰਮ ਤੁਸੀਂ ਕਰਨੇ ਆ, ਬੱਚੇ ਹੁੰਦੇ ਹੀ। ਪਰ ਕੋਈ ਨਹੀਂ ਦੱਸਦਾ ਕਿ ਇਹ ਕੰਮ ਨਹੀਂ ਕਰਨੇ। ਯਾਨੀ ਬਹੁਤ ਘੱਟ ਮੌਕੇ ਹੁੰਦੇ ਨੇ ਇਹ ਗੱਲ ਦੱਸਣ ਦੇ। ਜਦੋਂ ਬੱਚੇ ਨੂੰ ਜਾਂ ਬੰਦੇ ਨੂੰ ਇਹ ਪਤਾ ਲੱਗ ਜਾਵੇ ਕਿ ਇਹ ਕੰਮ ਨਹੀਂ ਕਰਨੇ, ਉਹਨੂੰ ਆਪੇ ਪਤਾ ਲੱਗ ਜਾਂਦਾ ਇਹ ਕੰਮ ਕਰਨੇ ਆ। ਮੈਂ ਦੁਆਬੇ ਦੇ ਇੱਕ ਪਰਿਵਾਰ 'ਚ ਪੈਦਾ ਹੋਇਆ ਅੱਜ ਤੋਂ 43 ਸਾਲ ਪਹਿਲਾਂ। ਬੜਾ ਮਸ਼ਹੂਰ ਦੁਆਬੇ ਦਾ ਪਿੰਡ ਹੈ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਹੋਰੀ ਮੇਰੇ ਪਿੰਡ 'ਚ ਪੈਦਾ ਹੋਏ ਸੀ। ਪੰਜਾਬੀ ਦੇ ਬਹੁਤ ਵੱਡੇ ਕਵੀ ਗੁਰਦਾਸ ਰਾਮ ਆਲਮ ਜੀ ਮੇਰੇ ਪਿੰਡ 'ਚ ਪੈਦਾ ਹੋਏ ਸੀ। ਜਸਟਿਸ ਕੁਲਦੀਪ ਸਿੰਘ ਬੇਦੀ ਹੋਰੀ ਮੇਰੇ ਪਿੰਡ ਦੇ ਵਿੱਚ ਪੈਦਾ ਹੋਏ ਸੀ। ਯਾਨੀ ਮੈਂ ਉਹਨਾਂ ਦੇ ਪਿੰਡ 'ਚ ਪੈਦਾ ਹੋਇਆ, ਇੱਦਾਂ ਕਹਿ ਲਓ। ਡਾਕਟਰ ਜਗਤਾਰ ਹੋਰੀ ਮੇਰੇ ਪਿੰਡ ਤੋਂ 2 ਕਿਲੋਮੀਟਰ ਦੂਰ, ਉਹ ਵੀ ਬਹੁਤ ਵੱਡੇ ਪੰਜਾਬੀ ਦੇ ਕਵੀ ਹੋਏ। ਅਤੇ ਉੱਥੇ ਦੇਵਨੇਤ ਨਾਲ ਇੱਕ ਪਰਿਵਾਰ ਦੇ ਵਿੱਚ ਮੈਂ ਵੀ ਪੈਦਾ ਹੋਇਆ। ਮੈਂ ਜਿਸ ਪਰਿਵਾਰ 'ਚ ਪੈਦਾ ਹੋਇਆ ਉਹ ਨਾਨਕਿਆਂ ਵੱਲੋਂ ਅਤੇ ਦਾਦਕਿਆਂ ਵੱਲੋਂ ਪਹਿਲੇ ਬੱਚੇ ਸੀ ਦੋਵੇਂ, ਮੇਰੇ ਫਾਦਰ ਵੀ ਅਤੇ ਮੇਰੇ ਮਦਰ ਵੀ। ਅਤੇ ਛੋਟੀ ਉਮਰ ਦੇ ਵਿੱਚ ਉਹਨਾਂ ਦਾ ਵਿਆਹ ਹੋ ਗਿਆ ਸੀ। ਮੇਰਾ ਅਤੇ ਮੇਰੇ ਡੈਡੀ ਦੀ ਉਮਰ ਦਾ 20 ਸਾਲ ਦਾ ਫਰਕ ਹੈ ਅਤੇ ਮੰਮੀ ਦਾ ਅਤੇ ਮੇਰਾ 20 ਸਾਲ ਤੋਂ ਵੀ ਘੱਟ ਦਾ ਫਰਕ ਹੈ। ਉਹ ਛੋਟੀ ਉਮਰ ਦੇ ਵਿੱਚ ਜਦੋਂ ਉਹਨਾਂ ਨੇ ਵਿਆਹ ਤੋਂ ਬਾਅਦ ਜਲਦੀ ਮੈਂ ਉਹਨਾਂ ਦੇ ਕੋਖ ਵਿੱਚ ਆਇਆ ਤਾਂ ਉਹ ਸਾਰੀਆਂ ਸਮੱਸਿਆਵਾਂ ਉਹਨਾਂ ਨੂੰ ਆਈਆਂ ਜਿਹੜੀਆਂ ਛੋਟੀ ਉਮਰ ਦੀ ਕੁੜੀ ਨੂੰ ਆਪਣੇ ਹਾਮਲਾ ਹੋਣ ਦੇ ਦੌਰਾਨ ਆਉਂਦੀਆਂ। ਫਿਰ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿ ਇਹ ਬੱਚਾ ਸ਼ਾਇਦ ਠੀਕ ਨਹੀਂ, ਸਿਹਤ ਸੰਬੰਧੀ ਸਮੱਸਿਆਵਾਂ ਕਰਕੇ, ਅਤੇ ਇਹਨੂੰ ਗਿਰਾ ਕਿਉਂ ਨਾ ਦਿੱਤਾ ਜਾਵੇ। ਫਿਰ ਅਬੋਰਸ਼ਨ ਲਈ ਉਹ ਜਿਹੜੀਆਂ ਦੇਸੀ ਟੋਟਕੇ ਹੁੰਦੇ ਨੇ ਉਹ ਸਾਰੇ ਵਰਤੇ ਗਏ। ਉਹਦਾ ਨੁਕਸਾਨ ਇਹ ਹੋਇਆ ਕਿ ਮੈਂ 7ਵੇਂ ਮਹੀਨੇ ਪੈਦਾ ਹੋ ਗਿਆ, ਯਾਨੀ 7ਵਾਂ ਪੈਦਾ ਹੋਇਆ। ਅਤੇ ਮੈਨੂੰ ਯਾਦ ਹੈ ਫਗਵਾੜੇ ਦੇ ਲਾਗੇ ਮੇਰੇ ਨਾਨਕੇ ਨੇ, ਉੱਥੇ ਡਾਕਟਰ ਨਿਰੰਜਨ ਸਿੰਘ ਹੁੰਦੇ ਸੀਗੇ। ਮੈਂ ਬਾਅਦ ਵਿੱਚ ਵੀ ਮੇਰੇ ਨਾਨੀ ਜੀ ਮੈਨੂੰ ਉੱਥੇ ਲੈ ਕੇ ਜਾਂਦੇ ਰਹੇ। ਉਹਨਾਂ ਨੇ ਕਾਫੀ ਦੇਰ ਮੈਨੂੰ ਆਪਣੀ ਕਲੀਨਿਕ ਦੇ ਵਿੱਚ, ਯਾਨੀ ਉਹਨਾਂ ਦੀ ਕਲੀਨਿਕ ਦੇ ਵਿੱਚ ਮੈਂ ਕੋਈ 1.5-2 ਮਹੀਨੇ ਰਿਹਾ। ਅਤੇ ਉੱਥੇ ਮੇਰੀ ਡਾਕਟਰ ਨੇ ਕਿਹਾ ਵੀ ਤੁਸੀਂ ਆਪਣੀ ਕੁੜੀ ਨੂੰ ਸੰਭਾਲੋ, ਇਹ ਤਾਂ ਹੁਣ ਨਹੀਂ ਬਚਦਾ, ਇਹ ਤਾਂ ਬਹੁਤ ਛੋਟਾ। ਅਤੇ ਹੁਣ ਮੈਂ ਜਿਵੇਂ ਮੋਟਾ ਤਾਜ਼ਾ ਬੈਠਦਾ, ਸ਼ਾਇਨਾ ਨੇ ਗੱਲਾਂ ਦੱਸੀਆਂ, ਉਦੋਂ ਇੱਦਾਂ ਦਾ ਸ਼ਾਇਦ ਨਹੀਂ ਸੀ। ਤਾਂ ਪਰ ਉਹ ਮੇਰੇ ਨਾਨੀ ਜੀ ਨੇ ਕਿਹਾ ਕਿ ਨਹੀਂ, ਇਹ ਤਾਂ ਮੇਰਾ ਯੋਧਾ ਹੈ, ਇਹਨੂੰ ਕੁਛ ਨਹੀਂ ਹੋਣਾ। ਅਤੇ ਫਿਰ ਉਹ ਮੈਂ ਯੋਧਾ ਸ਼ਬਦ ਆਪਣੇ ਨਾਂ ਨਾਲ ਹਮੇਸ਼ਾ ਲਈ ਲਾਇਆ ਹੋਇਆ। ਮੈਨੂੰ ਆਪਣੇ ਨਾਂ ਨਾਲ ਡਾਕਟਰ ਨਹੀਂ ਲਾਉਂਦਾ। ਮੈਂ ਗੁਰਪ੍ਰੀਤ ਨੂੰ ਪਤਾ ਹੈ ਡਾਕਟਰ ਇਜ਼ ਨਾਟ ਅ ਪਾਰਟ ਆਫ ਮਾਈ ਨੇਮ ਬਟ ਯੋਧਾ ਇਜ਼। ਫਿਰ ਮੈਂ ਬਹੁਤ ਸਾਰੀਆਂ ਪਰਿਵਾਰਕ ਇੱਛਾਵਾਂ ਦਾ ਭਾਰ ਚੁੱਕ ਕੇ ਵੱਡਾ ਹੋਣਾ ਸ਼ੁਰੂ ਹੋਇਆ। ਯਾਨੀ ਮੇਰੇ ਦਾਦਾ ਜੀ ਚਾਹੁੰਦੇ ਸੀ ਕਿ ਉਹ ਕਿਉਂਕਿ ਰੈਸਲਰ ਰਹੇ ਸੀ ਆਪਣੇ ਜ਼ਮਾਨੇ ਦੇ, ਭਲਵਾਨ ਬਣਨ ਦੀ ਕੋਸ਼ਿਸ਼ ਕਰਾਂ। ਮੇਰੇ ਫਾਦਰ ਨੂੰ ਸਭ ਤੋਂ ਵਧੀਆ ਨੌਕਰੀ ਲੱਗਦੀ ਸੀ ਕੰਡਕਟਰ ਦੀ। ਉਹਨਾਂ ਨੇ ਮੈਨੂੰ ਕੰਡਕਟਰ ਬਣਾਉਣ ਦੇ ਲਈ ਰੋਡਵੇਜ਼ ਦੇ ਵਿੱਚ ਖਾਸਾ ਤਰੱਦਦ ਕੀਤਾ, ਕੁਝ ਲੋਕਾਂ ਨੂੰ ਆਖਿਆ ਸੁਣਿਆ। ਮੈਨੂੰ ਲੱਗਦਾ ਦੋਸਤੋ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰ ਸਕਦਾ ਇੱਥੇ ਉਹ ਇਹ ਹੈ ਕਿ ਜਦੋਂ ਅਸੀਂ ਜੀ ਰਹੇ ਹੁੰਦੇ ਹਾਂ ਕਿਸੇ ਹਾਲਾਤ ਦੇ ਵਿੱਚ, ਉਹ ਛੋਟਾ ਜਿਹਾ ਦੁੱਖ ਹੁੰਦਾ ਅਤੇ ਬੜੀਆਂ ਚਿੰਗਾੜਾਂ ਮਾਰਦੇ ਅਸੀਂ, ਮੇਰੇ ਸਮੇਤ ਆਪਾਂ ਸਾਰੇ।
ਸਾਡੇ ਕੋਲ ਅਸਹਿਣਯੋਗ ਹੁੰਦੀ ਹੈ ਹਾਲਾਤ, ਯਾਨੀ ਅਸੀਂ ਚੀਕਾਂ ਮਾਰਦੇ ਪਏ ਕੋਈ ਇਸ ਛੋਟੇ ਦੁੱਖ ਚੋਂ ਵੀ ਬਾਹਰ ਕੱਢ ਲਵੇ, ਭਾਵੇਂ ਛੋਟਾ ਜਿਹਾ ਫੋੜਾ ਹੀ ਹੋਇਆ ਹੋਵੇ ਪੈਰ ਤੇ। ਜਦੋਂ ਇੱਕ ਵਿੱਥ ਦੇ ਉੱਤੇ ਜਾ ਕੇ ਉਹ ਸਾਰੇ ਨੂੰ ਦੱਸਦੇ ਆ, ਫਿਰ ਉਹਨੂੰ ਬਹੁਤ ਵੱਡਾ ਬਣਾ ਕੇ ਦੱਸਦੇ। ਮੈਨੂੰ ਲੱਗਦਾ ਵੀ ਮੇਰੇ ਜਿੰਨਾ ਕਿਸੇ ਨੇ ਦੁੱਖ ਨਹੀਂ ਸਹਿਆ, ਮੇਰੇ ਜਿੰਨਾ ਕਿਸੇ ਨੇ ਸੰਘਰਸ਼ ਨਹੀਂ ਕੀਤਾ, ਯਾਨੀ ਇਹ ਵੀ ਆਪਣੇ ਆਪ ਨੂੰ ਸ਼ਾਇਦ ਮਹਾਨ ਦੱਸਣ ਦਾ ਕੋਈ ਇੱਕ ਤਰੀਕਾ ਹੋ ਸਕਦਾ। ਮੈਂ ਕਾਲਜ ਦੇ ਵਿੱਚ ਹਾਕੀ ਖੇਡਦਾ ਸੀ, ਵੈਰੀ ਬਿਲੋ ਐਵਰੇਜ ਪਲੇਅਰ, ਯਾਨੀ ਮੈਨੂੰ ਜਦੋਂ ਮੈਂ ਖੇਡਣਾ ਸ਼ੁਰੂ ਕੀਤਾ ਇਨ ਲੇਟ 90s ਕਾਲਜ ਦੇ ਵਿੱਚ, DAV ਕਾਲਜ ਨਕੋਦਰ ਦੇ ਵਿੱਚ ਪੜ੍ਹਿਆ, ਬਾਅਦ ਵਿੱਚ ਮੈਂ DAV ਕਾਲਜ ਜਲੰਧਰ 'ਚ ਆ ਗਿਆ ਸੀ। ਤਾਂ ਉਹ ਇਹ ਸੀਗਾ ਕਿ ਉਦੋਂ ਰੋਲਿੰਗ ਸਬਸਟੀਟਿਊਸ਼ਨ ਹਾਕੀ ਵਿੱਚ ਸ਼ੁਰੂ ਹੋ ਗਈ ਸੀ। ਰੋਲਿੰਗ ਸਬਸਟੀਟਿਊਸ਼ਨ ਤੁਸੀਂ ਜਾਣਦੇ ਹੋ, ਜਿਹੜੇ ਸਪੋਰਟਸ ਨਾਲ ਜੁੜੇ ਹੋਏ ਨੇ, ਕਿ ਜਦੋਂ ਵੱਡੇ ਖਿਡਾਰੀਆਂ ਨੂੰ ਆਰਾਮ ਦਿਵਾਉਣਾ ਹੁੰਦਾ ਨਾ, ਤੇ ਉਹ ਜਿਹੜੇ ਮੇਰੇ ਵਰਗੇ ਹੁੰਦੇ ਨੇ ਉਹਨੂੰ ਕਹਿੰਦੇ ਚੱਲ ਅੰਦਰ ਜਾ ਕੇ ਸਾਹ ਦਵਾ ਉਹਨੂੰ, ਉਹ ਬਾਹਰ ਆ ਜਾਂਦਾ, ਪਾਣੀ ਪੂਣੀ ਪੀ ਕੇ ਫਿਰ ਦੁਬਾਰਾ ਚਲਿਆ ਜਾਂਦਾ, ਤੇ ਇੰਨੀ ਕੁ ਦੇਰ ਦੇ ਵਿੱਚ ਯਾਨੀ ਉਹ ਫਿਲਰ ਕਾਈਂਡ ਆਫ ਪਲੇਅਰ। ਤਾਂ ਫਿਰ ਮੈਂ ਛੱਡ ਕੇ ਉੱਧਰੋਂ, ਤੇ ਫਿਰ ਇੱਕ ਘਟਨਾ ਮੇਰੀ ਜ਼ਿੰਦਗੀ ਦੇ ਵਿੱਚ ਵਾਪਰੀ ਜਿਹਦੇ ਤੋਂ ਮੈਨੂੰ ਲੱਗਾ ਕਿ ਬੰਦੇ ਨੂੰ ਜਿਹੜੀ ਕਵਿਤਾ, ਜਿਹੜੀ ਸ਼ਾਇਰੀ ਹੈ, ਉਹਦੀ ਜ਼ਿੰਦਗੀ ਦਾ ਬਹੁਤ ਵੱਡਾ ਸਹਾਰਾ ਹੋ ਸਕਦੀ। ਜਿਵੇਂ ਪਹਿਲਾਂ ਦੱਸਿਆ, ਬਚਪਨ ਛੋਟਾ ਸੀ, ਪੜ੍ਹਦਾ ਸੀ ਮੈਂ ਸ਼ਾਇਦ 9ਵੀਂ ਜਮਾਤ ਦੇ ਵਿੱਚ, ਤੇ ਸਾਡੇ ਪ੍ਰਿੰਸੀਪਲ ਮੈਡਮ ਹੁੰਦੇ ਸੀ ਊਸ਼ਾ ਖੰਡੋਤਰਾ ਜੀ, ਬਾਅਦ ਦੇ ਵਿੱਚ ਉਹ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੀ ਬਣੇ ਜਲੰਧਰ ਦੇ। ਉਹਨਾਂ ਇੱਕ ਵਾਰ ਕਿਹਾ ਕਿ ਕੱਲ੍ਹ ਨੂੰ ਨਾ ਜ਼ਿਲ੍ਹਾ ਸਿੱਖਿਆ ਅਧਿਕਾਰੀ, ਜਿਹਨੂੰ ਪਿੰਡਾਂ ਦੇ ਵਿੱਚ DOG ਕਹਿੰਦੇ ਹੁੰਦੇ ਸੀ, DEOG, ਉਹਨਾਂ ਨੇ ਆਉਣਾ, ਤੇ ਕੱਲ੍ਹ ਨੂੰ ਚੰਗੇ ਕੱਪੜੇ ਪਾ ਕੇ ਆਇਓ ਸਾਰੀ ਕਲਾਸ ਵਾਲੇ। ਚੰਗੇ ਕੱਪੜੇ ਮੇਰੇ ਵਰਗੇ ਜਿਹੜੇ ਹੇਠਲੇ ਦਰਮਿਆਨੇ ਦਰਜੇ ਦੇ ਕਿਸਾਨੀ ਪਰਿਵਾਰ 'ਚੋਂ ਆਏ ਦਾ ਮਤਲਬ ਸੀ ਕਿ ਵਾਂਢੇ ਜਾਣ ਲਈ ਇੱਕ ਨਿੱਕਰ ਬੁਰਸ਼ਟ ਰੱਖੀ ਹੈ, ਉਹ ਦੇ ਦਿੱਤੀ ਕਿ ਕਾਹਨੂੰ ਆ ਪਾਜਾ ਜੀ। ਪਰ ਇਹ ਹੋਇਆ ਕਿ ਮੈਂ ਇੱਕ ਛੋਟੀ ਜਿਹੀ ਕਵਿਤਾ ਲਿਖੀ, ਉਹ ਪਹਿਲਾਂ ਵੀ ਲਿਖਦਾ ਸੀ, ਉਸ ਦੌਰਾਨ ਲਿਖੀ। ਗਿਆਨੀ ਮਾਸਟਰ ਤਰਲੋਕ ਸਿੰਘ ਕਾਲੜਾ ਜੀ ਸਾਨੂੰ ਪੜ੍ਹਾਉਂਦੇ ਸੀ, ਤੇ ਮੈਂ ਉਹਨਾਂ ਨੂੰ ਉਹ ਕਵਿਤਾ ਦਿਖਾਈ। ਉਹ ਕਹਿੰਦੇ ਕਿਹਦੀ ਚੱਕ ਲਿਆ? ਮੈਂ ਕਿਹਾ ਜੀ ਮੈਂ ਹੀ ਲਿਖੀ ਹੈ। ਅੱਛਾ ਚੱਲ ਐਂ ਕਰ, ਫਿਰ ਤੂੰ ਪੜ੍ਹ DOG ਦੇ ਸਾਹਮਣੇ। ਜਦੋਂ ਮੈਂ ਉਹਨਾਂ ਦੇ ਸਾਹਮਣੇ ਕਵਿਤਾ ਪੜ੍ਹੀ ਤਾਂ ਮੁੰਡੇ ਬਹੁਤ ਸਾਰੇ ਜਿਹੜੇ ਮੇਰੇ ਨਾਲ ਦੇ ਸੀ, ਮੁੰਡਿਆਂ ਦਾ ਸਕੂਲ ਸੀ, ਉਹ ਤੇ ਨਵੇਂ ਕੱਪੜੇ ਪਾ ਕੇ ਆਏ, ਤੇ ਮੈਂ ਉਹੀ ਨਿੱਕਰ ਬੁਰਸ਼ਟ ਦੇ ਵਿੱਚ ਕਵਿਤਾ ਪੜ੍ਹੀ। ਉਹਨਾਂ ਨੇ ਮੈਨੂੰ ਆਪਣੇ ਨਾਲ ਲਾ ਲਿਆ ਘੁੱਟ ਕੇ, ਤੇ 50 ਦਾ ਇੱਕ ਨੋਟ ਮੇਰੀ ਜੇਬ 'ਚ ਪਾ ਦਿੱਤਾ। ਮੈਨੂੰ ਲੱਗਾ ਕਿ ਇੱਕੋ ਝਟਕੇ ਦੇ ਵਿੱਚ ਇਹ ਨਵੇਂ ਕੱਪੜੇ ਵਾਲਿਆਂ ਨਾਲੋਂ ਮੈਂ ਅੱਗੇ ਨਿਕਲ ਗਿਆ। ਬਈ ਇਹ ਸ਼ਾਇਦ ਕੋਈ ਤਾਕਤ ਹੈ, ਕੋਈ ਸ਼ਕਤੀ ਹੈ ਜਿਹਨੂੰ ਤੁਸੀਂ ਵਿਕਸਿਤ ਕਰ ਸਕਦੇ ਹੋ, ਡਿਵੈਲਪ ਕਰ ਸਕਦੇ ਹੋ। ਇਹ ਕੋਈ ਤੁਹਾਡਾ ਵੱਡਾ ਸਹਾਰਾ ਬਣ ਸਕਦਾ। ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਕਲਾਸ ਦੇ ਵਿੱਚ ਕਬੱਡੀ ਵਾਲੇ ਖਿਡਾਰੀ ਸੀ, ਵੱਡੇ ਪਹਿਲਵਾਨ, ਜਾਂ ਸਕੂਲ ਦੇ ਵਿੱਚ, ਉਹ ਮੇਰੇ ਨਾਲ ਦੋਸਤੀ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ। ਮੈਨੂੰ ਲੱਗਾ ਵੀ ਯਾਰ ਇਹ ਠੀਕ ਹੈ ਗੱਲ, ਜਾਣੀ ਵੀ ਕਵਿਤਾ ਬੋਲਣਾ ਵੀ ਆਪਣੇ ਆਪ ਦੇ ਵਿੱਚ ਐਡੀ ਕੋਈ ਛੋਟੀ ਚੀਜ਼ ਨਹੀਂ ਹੈਗਾ, ਹੈ ਨਾ। ਉਸ ਤੋਂ ਬਾਅਦ ਮੈਂ ਲਗਾਤਾਰ ਸੰਘਰਸ਼ੀਲ ਰਿਹਾ। ਇੱਕ ਮੌਕਾ ਮੇਰੀ ਜ਼ਿੰਦਗੀ 'ਚ ਐਸਾ ਆਇਆ ਜਦੋਂ ਮੈਂ ਬਹੁਤ ਸਾਰੇ ਦੁਆਬੀਆਂ ਵਾਂਗ ਵਿਦੇਸ਼ ਜਾ ਸਕਦਾ ਸੀ, ਜਿਹੜੀ ਗੱਲ ਮੈਂ ਇੱਥੇ ਕਰਨੀ ਚਾਹੁੰਦਾ ਅਸਲ ਦੇ ਵਿੱਚ। ਵਿਦੇਸ਼ ਜਾ ਸਕਦਾ ਸੀ ਬਹੁਤ ਸਾਰੇ ਦੁਆਬੀਆਂ ਦੇ ਵਿੱਚ ਇਹੀ ਤਰੀਕਾ ਹੈ। ਆਪਾਂ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਬਹੁਤ ਚੰਗਾ ਕੀਤਾ ਸਰਦਾਰ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਤੇ ਭਾਜੀ ਮਨਵੀਰ ਹੋਰਾਂ ਨੇ, ਕਿ ਇਹ ਸੰਸਥਾਵਾਂ ਦੁਆਬੇ ਦੇ ਵਿੱਚ ਖੋਲ੍ਹੀਆਂ ਨੇ, ਹੁਣ ਮਾਲਵੇ ਵੱਲ ਨੂੰ ਵੀ ਪਸਰ ਰਹੀਆਂ। ਸਿੱਖਿਆ ਦੇ ਖੇਤਰ ਦੇ ਵਿੱਚ ਅਸੀਂ ਇਸ ਕਰਕੇ ਵੀ ਪਛੜੇ ਹਾਂ ਦੁਆਬੇ ਵਾਲੇ, ਕਿ ਸਾਨੂੰ ਇੱਕ ਸਿਕਿਉਰਿਟੀ ਹਮੇਸ਼ਾ ਹੁੰਦੀ ਹੈ ਵੀ ਕਿਸੇ ਦਾ ਮਾਮਾ, ਕਿਸੇ ਦੀ ਮਾਸੀ, ਕਿਸੇ ਦੀ ਭੂਆ ਵਿਦੇਸ਼ ਵਿੱਚ ਹੈ, ਕਿਸੇ ਦੀ ਭੈਣ ਦਾ ਰਿਸ਼ਤਾ ਹੋਇਆ, ਕਿਸੇ ਦੇ ਵੱਡੇ ਭਾਈ ਸਾਹਿਬ ਗਏ ਹੋਏ ਨੇ। ਕੋਈ ਆਪ ਇਹ ਸੋਚਦਾ ਕਿ ਮੈਂ ਰਿਸ਼ਤਾ ਕਰਕੇ, ਯਾਨੀ ਮੇਰਾ ਰਿਸ਼ਤਾ ਹੋ ਜਾਵੇ ਤਾਂ ਮੈਂ ਬਾਹਰ ਚਲਿਆ ਜਾਵਾਂ। ਤੇ ਲੋਕਾਂ ਨੂੰ ਫੋਰਨ ਕੰਟਰੀਜ਼ ਜਿਹੜੀਆਂ ਨੇ ਇੱਕ ਬਹੁਤ ਵੱਡੇ ਸਹਾਰੇ ਵਾਂਗ ਜਾਪਦੀਆਂ। ਮੇਰਾ ਵੀ ਰਿਸ਼ਤਾ ਹੋ ਰਿਹਾ ਸੀਗਾ ਜਦੋਂ ਮੈਂ 20 ਸਾਲ ਦਾ ਸੀ, ਕਿ ਬਾਹਰ ਰਿਸ਼ਤਾ ਹੋਊਗਾ ਤੇ ਬਾਹਰ ਚਲਿਆ ਜਾਵਾਂ। ਪਰ ਮੈਨੂੰ ਕਿਸੇ ਬਹੁਤ ਸਿਆਣੇ ਬੰਦੇ ਨੇ ਉਦੋਂ ਕੁਝ ਗੱਲਾਂ ਦੱਸੀਆਂ, ਉਹ ਗੱਲਾਂ ਮੇਰੀ ਜ਼ਿੰਦਗੀ 'ਚ ਬਹੁਤ ਕੰਮ ਆਈਆਂ। ਮੈਂ ਸੋਚਿਆ ਕਿ ਮੈਂ ਜਿੱਥੇ ਰਵਾਂ ਇੱਥੇ ਹੀ ਰਹੂੰਗਾ, ਤੇ ਇਸ ਦੇਸ਼ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਜਿਹੜਾ ਚੰਗਾ ਨਹੀਂ ਹੈਗਾ। ਆਪਾਂ ਇਹਦੇ ਵਿੱਚ ਰਹਿ ਕੇ ਸੰਘਰਸ਼ ਕਰਾਂਗੇ। ਬਾਹਰ ਜਾਣ ਵਾਲੇ ਲੋਕ ਵੀ ਬੁਰੇ ਨਹੀਂ ਹੈਗੇ, ਪਰ ਮਸਲਾ ਇਹ ਹੈ ਕਿ ਉੱਥੋਂ ਦੀ ਵਰਕਿੰਗ ਕਲਾਸ ਨੇ, ਅਮਰੀਕਾ ਕੈਨੇਡਾ ਦੀ ਵਰਕਿੰਗ ਕਲਾਸ ਨੇ ਉੱਥੇ ਬਹੁਤ ਲੰਮੇ ਦਸੌਂਦੇ ਕੱਟੇ ਆ, ਬਹੁਤ ਸੰਘਰਸ਼ ਕੀਤਾ ਉੱਥੇ। ਉਹਨਾਂ ਨੇ ਆਪਣੀ ਉੱਥੋਂ ਦੀ ਕੈਪੀਟਲਿਸਟ ਜਮਾਤ ਦੇ ਨਾਲ ਲੰਬੀ ਲੜਾਈ ਲੜੀ ਹੈ। ਜੇ ਤੁਸੀਂ 18ਵੀਂ ਸਦੀ 19ਵੀਂ ਸਦੀ ਦੇ ਦੂਸਰੇ ਅੱਧ ਦਾ ਇਤਿਹਾਸ ਚੁੱਕ ਕੇ ਦੇਖੋ ਤਾਂ ਜਿਹੜਾ ਰੈਵੋਲੂਸ਼ਨ ਰਸ਼ੀਆ ਦੇ ਵਿੱਚ ਆਉਂਦਾ 1917 'ਚ, ਉਹ ਲੱਗਦਾ ਸੀ ਕਿ ਅਮਰੀਕਾ ਦੇ ਵਿੱਚ ਆਉਣਾ। ਪਹਿਲਾਂ ਅਮਰੀਕਾ ਦੇ ਵਿੱਚ ਸੋਸ਼ਲਿਸਟ ਮੂਵਮੈਂਟ ਜਾਂ ਜਿਹੜੀ ਲੇਬਰ ਕਲਾਸ ਸੀ ਸਭ ਤੋਂ ਸਟਰੋਂਗ ਸੀ। ਕੈਨੇਡਾ ਦੇ ਵਿੱਚ ਸਭ ਤੋਂ ਸਟਰੋਂਗ ਸੀ। ਕੈਨੇਡਾ ਦੇ ਲੇਬਰ ਕਲਾਸ ਵਾਲਿਆਂ ਨੇ ਕਾਮਾਗਾਟਾ ਮਾਰੂ ਜਹਾਜ਼ ਨੂੰ ਉੱਥੇ ਨਹੀਂ ਸੀ ਲੱਗਣ ਦਿੱਤਾ, ਵੈਨਕੂਵਰ ਦੇ ਕੰਢਿਆਂ ਦੇ ਉੱਤੇ। ਕਹਿੰਦੇ ਵਾਪਸ ਲੈ ਜਾਓ, ਇਹ ਆਉਣਗੇ ਤਾਂ ਸਾਡੀ ਜਿਹੜੀ ਇੱਥੋਂ ਮਜ਼ਦੂਰੀ ਆ ਉਹ ਘਟ ਜਾਏਗੀ। ਤਾਂ ਉੱਥੋਂ ਦੇ ਲੋਕਾਂ ਨੇ ਇੱਕ ਸੰਘਰਸ਼ ਕੀਤਾ ਲਗਾਤਾਰ। ਉੱਥੋਂ ਦੀਆਂ ਔਰਤਾਂ ਨੇ ਸੰਘਰਸ਼ ਕੀਤਾ ਕਿ ਉਹਨਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਜਾਵੇ। ਜਦੋਂ ਤੁਸੀਂ
क्लारा जैटकिन, रोज़ा लग्जमबर्ग, फिर डोलारो सेबारूरी, ये वो ਨਾਂ ने ਜਿਹੜੇ ਤੁਸੀਂ ਜਦੋਂ ਜਾ ਕੇ ਇਹਨਾਂ ਨੂੰ ਗੂਗਲ ਕਰਕੇ ਦੇਖੋਗੇ ਤੁਹਾਡੇ ਸਾਹਮਣੇ ਸੰਘਰਸ਼ ਦੀ ਇੱਕ ਬ੍ਰੌਡ ਪਿਕਚਰ ਆਏਗੀ। ਐਗਨਸ ਮੈਡਲੀ, ਇਹ ਉਹ ਨਾਂ ਨੇ ਜਿਨ੍ਹਾਂ ਨੇ ਉੱਥੋਂ ਸੰਘਰਸ਼ ਕੀਤਾ ਕਿ ਔਰਤਾਂ ਨੂੰ ਪੈਟਰੀਆਰਕਲ ਪ੍ਰੋਪਰਟੀ ਦੇ ਵਿੱਚ ਹਿੱਸਾ ਮਿਲੇ, ਔਰਤਾਂ ਨੂੰ ਵੋਟ ਦਾ ਅਧਿਕਾਰ ਮਿਲੇ। ਸਾਨੂੰ ਸਾਰਾ ਕੁਝ ਉਹ ਆਜ਼ਾਦੀ ਦੇ ਮੱਦੇਨਜ਼ਰ ਸਾਰਾ ਕੁਝ ਥੋੜ੍ਹਾ ਜਿਹਾ ਆਸਾਨੀ ਨਾਲ ਮਿਲ ਗਿਆ। ਯਾਨੀ ਤਾਂ ਹੁਣ ਕੀ ਹੈ ਕਿ ਉੱਥੋਂ ਦੀ ਮਜ਼ਦੂਰ ਜਮਾਤ ਦੀਆਂ ਜਿੱਤੀਆਂ ਹੋਈਆਂ ਬਰਕਤਾਂ ਲੈਣ ਲਈ ਅਸੀਂ ਇਸ ਸਟਰਗਲ ਤੋਂ ਭੱਜ ਨਹੀਂ ਸਕਦੇ। ਫਾਰਮਰ ਸਟਰਗਲ ਚੱਲ ਰਹੀ ਹੈ ਸਾਡੇ ਇੱਥੇ ਪਿਛਲੇ ਲੰਬੇ ਸਮੇਂ ਤੋਂ। ਉਹਦੇ ਨਾਲ ਬਹੁਤ ਸਾਰੇ ਲੋਕ ਇਤਫਾਕ ਰੱਖ ਸਕਦੇ ਨੇ, ਬਹੁਤ ਸਾਰੇ ਲੋਕ ਉਹਦੇ ਨਾਲ ਇਖਤਲਾਫ ਜਾਂ ਉਹਦੇ ਨਾਲ ਅਸਹਿਮਤ ਵੀ ਹੋ ਸਕਦੇ ਆ। ਪਰ ਉਸ ਸਟਰਗਲ ਨੇ ਸਾਬਿਤ ਕੀਤਾ ਕਿ ਇੱਥੇ ਰਹਿਣ ਵਾਲੇ ਲੋਕਾਂ ਨੂੰ ਸੰਘਰਸ਼ ਮੁਲਤਵੀ ਕਰਕੇ ਬਾਹਰ ਨਹੀਂ ਜਾਣਾ ਚਾਹੀਦਾ। ਇੱਥੇ ਵੀ ਇੱਕ ਸੰਘਰਸ਼ ਦੀ ਲੋੜ ਹੈ। ਇਸ ਸੁਸਾਇਟੀ ਨੂੰ, ਇਸ ਸਮਾਜ ਨੂੰ ਬਿਹਤਰ ਬਣਾਉਣ ਲਈ ਸਾਨੂੰ ਇੱਥੇ ਇੱਕ ਸੰਘਰਸ਼ ਕਰਨ ਦੀ ਲੋੜ ਹੈ। ਤਾਂ ਮੈਂ ਫਿਰ ਉੱਥੇ ਉਦੋਂ ਇਹ ਕਹਿ ਦਿੱਤਾ ਕਿ ਭਾਈ ਮੈਨੂੰ ਇਹ ਰਿਸ਼ਤਾ ਮੈਂ ਨਹੀਂ ਕਰਾਊਂਗਾ ਅਤੇ ਮੈਂ ਇੱਥੇ ਰਹੂੰਗਾ। ਉਹਦਾ ਹੋਇਆ ਇਹ, ਗੁਰਪ੍ਰੀਤ ਹੋਰੀ ਜਾਣਦੇ ਨੇ ਕਿ ਮੈਂ 9 ਸਾਲ ਐਡਹੌਕ ਦੇ ਉੱਤੇ ਵੱਖ-ਵੱਖ ਸੰਸਥਾਵਾਂ ਦੇ ਵਿੱਚ ਯਾਨੀ ਖੱਜਲ ਹੋਇਆ ਰੱਜ ਕੇ। ਸ਼ਾਇਨਾ ਮੇਰੀ ਕੁਲੀਗ ਰਹੇ, ਮੇਰੀ ਛੋਟੀ ਭੈਣ ਹੈ। ਉਦੋਂ ਸ਼ਾਇਨਾ ਗੁਪਤਾ ਹੁੰਦੇ ਸੀ, ਚਾਵਲਾ ਸੌਰੀ। ਅਤੇ ਅਸੀਂ ਦੋਵੇਂ ਜਾਣੇ ਐਡਹੌਕ ਦੇ ਉੱਤੇ ਕੁਲੀਗ ਰਹੇ ਹਾਂ। ਉੱਥੇ ਐਡਹੌਕ ਦੀਆਂ ਇੰਨੀਆਂ DAV ਕਾਲਜ ਜਲੰਧਰ ਦੇ ਵਿੱਚ ਰਹੇ ਹਾਂ। ਇੰਨੀਆਂ ਸਮੱਸਿਆਵਾਂ ਨੇ ਉੱਥੇ ਕਿ ਹਰ ਸਾਲ ਤੁਹਾਨੂੰ ਰਿਲੀਵ ਕਰ ਦਿੱਤਾ ਜਾਂਦਾ ਹੈ 28 ਫਰਵਰੀ ਨੂੰ। ਲੋਕ ਜ਼ਿੰਦਗੀ 'ਚ ਇੱਕ ਵਾਰ ਰਿਟਾਇਰ ਹੁੰਦੇ ਆ, ਉੱਥੇ ਹਰ ਸਾਲ ਰਿਟਾਇਰ ਹੁੰਦਾ ਬੰਦਾ। ਅਤੇ ਅਗਲੇ ਸਾਲ ਫਿਰ ਤੁਹਾਨੂੰ ਜੂਨ ਦੇ ਵਿੱਚ ਜਾ ਕੇ ਜਾਂ ਜੁਲਾਈ ਦੇ ਵਿੱਚ ਜਾ ਕੇ ਜੁਆਇਨ ਕਰਵਾਇਆ ਜਾਂਦਾ ਸੀ ਅਤੇ ਤਨਖਾਹ ਮਿਲਦੀ ਸੀ ਦਿਵਾਲੀ ਦੇ ਨੇੜੇ ਜਾ ਕੇ, ਉਹ ਵੀ ਤਰਲੇ ਕੱਢ ਕੇ। ਇਸ ਤੋਂ ਇਲਾਵਾ ਉੱਥੇ ਦੇ ਇੱਕ ਪੂਰਾ ਵੱਡਾ ਸਟਾਫ ਸੀ। ਯਾਨੀ ਜਿਹੜਾ ਮੇਰਾ ਡਿਪਾਰਟਮੈਂਟ ਸੀ ਉਹਦੇ ਤਾਂ 14 ਜਾਣੇ ਸੀਗੇ। ਉਹਦਾ 14 ਜਾਣਿਆਂ ਦੇ ਪੇਪਰ ਚੈੱਕ ਕਰਨੇ, ਜਿਹਨੇ ਘਰੋਂ ਲੇਟ ਹੋ ਜਾਣਾ, ਜਿਹਦੀ ਘਰ ਵਾਲੀ ਲੜ ਪਈ ਹੋਣੀ, ਉਹਨੇ ਫੋਨ ਕਰ ਦੇਣਾ ਮੇਰੀ ਕਲਾਸ ਲੈ ਲਈ ਯਾਰ, ਉਹਦੀ ਕਲਾਸ ਲਾਉਣ ਦੇ ਲਈ ਜਾਣਾ ਪੈਣਾ। ਇਹ ਸਾਰਾ ਕੁਛ ਮੇਰੇ ਉਸ ਸੰਘਰਸ਼ ਦਾ ਹਿੱਸਾ ਸੀ। ਪਰ ਮੈਂ ਕਦੇ ਵੀ ਇਸ ਗੱਲ ਤੋਂ ਆਪਣੇ ਆਪ ਦੇ ਉੱਤੇ ਅਫਸੋਸ ਨਹੀਂ ਕੀਤਾ ਕਿ ਮੈਨੂੰ ਬਾਹਰ ਚਲੇ ਜਾਣਾ ਚਾਹੀਦਾ ਸੀ ਜਾਂ ਮੈਂ ਬਾਹਰ ਨਹੀਂ ਗਿਆ ਤਾਂ ਬੁਰਾ ਰਿਹਾ। ਅੱਜ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਮੈਂ ਅਤੇ ਗੁਰਪ੍ਰੀਤ ਕੁਲੀਗ ਆ, ਮੈਂ ਉੱਥੇ ਕੰਮ ਕਰ ਰਿਹਾ ਪੰਜਾਬੀ ਐਡੀਟਰ ਅਤੇ ਐਸੋਸੀਏਟ ਪ੍ਰੋਫੈਸਰ ਦੇ ਤੌਰ 'ਤੇ। ਅਤੇ ਚੰਗੀ ਖੇਤੀ ਜਿਹੜਾ ਮੈਗਜ਼ੀਨ ਹੈ ਸਾਡਾ ਮਾਸਿਕ, ਉਹਦੀ ਸੰਪਾਦਨਾ ਦੀ ਜ਼ਿੰਮੇਵਾਰੀ ਮੇਰੇ ਕੋਲ ਹੈ। ਯਾਨੀ ਉਸ ਦੌਰਾਨ ਮੈਂ ਦੋਸਤੋ ਇੱਕ ਗੱਲ ਕਰਕੇ ਆਪਣੀ ਗੱਲ ਖ਼ਤਮ ਕਰ ਦੇਣੀ ਹੈ, ਉਹ ਇਹ ਕਿ ਅੱਜ ਬਹੁਤ ਸਾਰੇ ਲੋਕ ਜਿਹੜੇ ਨੇ, ਤੁਸੀਂ ਬਹੁਤ ਚੰਗੀ ਸੰਸਥਾ ਦੇ ਵਿੱਚ, ਬਹੁਤ ਚੰਗੇ ਗਰੁੱਪ ਵਿੱਚ ਕੰਮ ਕਰ ਰਹੇ ਹੋ। ਇਸ ਗੱਲ ਦੀ ਤੁਹਾਨੂੰ ਵਧਾਈ ਜਿਹੜੇ ਤੁਹਾਡੇ ਮੁਲਾਜ਼ਮ ਬੈਠੇ ਨੇ ਇੱਥੇ, ਕਿ ਤੁਹਾਡੇ ਮੈਨੇਜਿੰਗ ਡਾਇਰੈਕਟਰ ਸਾਹਿਬ ਤੁਹਾਡੇ ਵਿੱਚ ਬੈਠੇ ਆ ਔਰ ਤੁਹਾਡੇ ਨਾਲ ਦੋਸਤਾਂ ਵਾਂਗ ਵਿਹਾਰ ਕਰਦੇ ਮੈਂ ਉਹਨਾਂ ਨੂੰ ਦੇਖ ਰਿਹਾ ਸੀ। ਬਹੁਤ ਸਾਰੇ ਥਾਵਾਂ ਦੇ ਉੱਤੇ ਇੰਨੀਆਂ ਚੰਗੀਆਂ ਦੋਸਤਾਨਾ ਸਹੂਲਤਾਂ ਨਹੀਂ ਮਿਲਦੀਆਂ। ਯਾਨੀ ਇਹ ਹੋਇਆ ਕਿ ਕਈਆਂ ਥਾਵਾਂ ਦੇ ਉੱਤੇ ਨੌਕਰੀ ਕਰਦਿਆਂ ਤੁਸੀਂ ਉਸ ਹਾਲਾਤ ਦੇ ਵਿੱਚੋਂ, ਮੈਂ ਕੀ ਕਹਾਂ ਕਿ ਤੁਸੀਂ ਮਤਲਬ ਭੱਜ ਜਾਣ ਲਈ ਮਜਬੂਰ ਕਰ ਦਿੱਤੇ ਜਾਂਦੇ ਹੋ। ਤੁਹਾਨੂੰ ਇਸ ਗੱਲ ਦੇ ਲਈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮੈਂ ਇੱਕ ਵਾਰ ਇੰਟਰਵਿਊ ਦੇਣ ਗਿਆ। ਮੈਂ ਤੁਹਾਨੂੰ ਹੈਰਾਨੀਜਨਕ ਗੱਲ ਦੱਸਦਾ, ਇਹ ਗੱਲ ਕਹਿ ਕੇ ਮੈਂ ਖ਼ਤਮ ਕਰ ਦੇਣੀ ਆ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਗਿਆ ਅਤੇ ਉੱਥੇ ਮੇਰੀ ਕਿਤਾਬ ਰੈਫਰੈਂਸ ਬੁੱਕ ਦੇ ਤੌਰ 'ਤੇ ਪੜ੍ਹਾਈ ਜਾ ਰਹੀ ਸੀ। ਯਾਨੀ ਜਿਹੜਾ ਸਿਲੇਬਸ ਬਣਦਾ ਉਹਦਾ ਇੱਕ ਰੈਫਰੈਂਸ ਬੁੱਕਸ ਥੱਲੇ ਟੈਲੀ ਬਣਦੀ ਹੈ। ਮੈਨੂੰ ਇੰਟਰਵਿਊ ਦੇ ਵਿੱਚੋਂ ਰਿਜੈਕਟ ਕਰ ਦਿੱਤਾ ਗਿਆ। ਦੂਜੀ ਵਾਰ ਜਦੋਂ ਮੈਂ ਗਿਆ ਤਾਂ ਮੇਰੀਆਂ 2 ਕਵਿਤਾਵਾਂ ਉੱਥੇ ਉਹਨਾਂ ਦੇ ਸਿਲੇਬਸ 'ਚ ਪੜ੍ਹਾਈਆਂ ਜਾ ਰਹੀਆਂ ਸੀ, ਬਿਲਕੁਲ ਨਵੀਂ ਪੋਇਟਰੀ 'ਚ, ਫਿਰ ਰਿਜੈਕਟ ਕਰ ਦਿੱਤਾ ਗਿਆ। 19 ਵਾਰ ਮੈਂ ਇੰਟਰਵਿਊਜ਼ ਦੇ ਵਿੱਚੋਂ ਰਿਜੈਕਟ ਹੋਇਆ। ਉਹਦਾ ਕਾਰਨ ਇਹ ਸੀ ਕਿ ਮੇਰੇ ਫਾਦਰ ਕਿਸੇ ਪੋਲੀਟੀਕਲ ਲੀਡਰ ਨੂੰ ਤਾਂ ਕੀ ਜਾਣਨਾ, ਉਹ ਪਿੰਡ ਦੇ ਸਰਪੰਚ ਕੋਲੇ ਵੀ ਨਹੀਂ ਸੀ ਕਦੇ ਗਏ। ਇਹ ਸਾਰਾ ਕੁਝ ਸਾਡੇ ਸਿਸਟਮ ਦੇ ਵਿੱਚ ਪਿਆ, ਪਰ ਇਹਨੂੰ ਮੁਲਤਵੀ ਕਰਨਾ, ਇਹਨੂੰ ਇਗਨੋਰ ਕਰਨਾ, ਇਹਦੀ ਥਾਂ ਦੇ ਉੱਤੇ ਜ਼ਰੂਰੀ ਹੈ ਕਿ ਆਪਾਂ ਇਹਦੇ ਨਾਲ ਲੜੀਏ। ਆਪਣਾ ਹਰ ਬੰਦੇ ਦਾ ਇੱਕ ਦਾਇਰਾ ਹੁੰਦਾ, ਇੱਕ ਔਰਾ ਹੁੰਦਾ ਹੈ, ਉਹਦੇ ਅੰਦਰ ਰਹਿੰਦਿਆਂ ਆਪਾਂ ਕੋਸ਼ਿਸ਼ ਇਹ ਕਰੀਏ ਕਿ ਉਹਨੂੰ ਆਪਾਂ ਜਿੰਨਾ ਕੁ ਸਵੱਛ, ਜਿੰਨਾ ਕੁ ਸ਼ੁੱਧ ਬਣਾ ਸਕਦੇ ਹੋਈਏ। ਯਾਨੀ ਬਹੁਤੀ ਵਾਰ ਇਹ ਹੁੰਦਾ ਦੋਸਤੋ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਉਹ ਲੋਕ ਬੋਲਦੇ ਨੇ ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਕਰਨ ਦਾ ਮੌਕਾ ਨਹੀਂ ਮਿਲਦਾ। ਜਦੋਂ ਤੁਹਾਡੇ ਕੋਲ ਮੌਕਾ ਵੀ ਹੋਵੇ, ਮੌਕਾ ਮੇਰਾ ਮਤਲਬ ਜਦੋਂ ਤੁਸੀਂ ਕਰ ਸਕਦੇ ਹੋ, ਉਦੋਂ ਭ੍ਰਿਸ਼ਟਾਚਾਰ ਨਾ ਕਰਨਾ ਭ੍ਰਿਸ਼ਟਾਚਾਰ ਵਿਰੋਧੀ ਹੋਣਾ ਹੁੰਦਾ ਅਸਲ ਦੇ ਵਿੱਚ। ਸੋ ਬਹੁਤ ਧੰਨਵਾਦ, ਤੁਸੀਂ ਮੈਨੂੰ ਬਹੁਤ ਸਾਰੀਆਂ ਗੱਲਾਂ ਕਰਨ ਦਾ ਮੌਕਾ ਦਿੱਤਾ। ਅਤੇ ਚੰਗਾ ਇਹ ਸੀ ਕਿ ਤੁਸੀਂ ਕੁਝ ਸਵਾਲ ਵੀ ਪੁੱਛਦੇ, ਆਪਾਂ ਸਵਾਲ ਜਵਾਬ ਵੀ ਕਰਦੇ, ਪਰ ਫਿਰ ਕਦੇ ਮੌਕਾ ਲੱਗਾ ਫਿਰ ਗੱਲਾਂ ਕਰਾਂਗੇ। ਬਹੁਤ ਧੰਨਵਾਦ। ਮੇਰੀ ਰਿਕੁਐਸਟ ਹੈ ਜਾਣ ਤੋਂ ਪਹਿਲਾਂ ਤੁਸੀਂ ਤੁਹਾਡੀ ਕੋਈ ਲਿਖੀ ਗਜ਼ਲ ਜਾਂ ਕਵਿਤਾ ਸਾਡੇ ਨਾਲ ਸਾਂਝਾ ਕਰੋ। ਇਹੀ ਸਾਡਾ ਸਵਾਲ ਹੈ।
ਮੈਂ ਇੱਕ ਛੋਟੇ ਜਿਹੇ ਗੀਤ ਸੁਣਾਉਣਾ ਤੁਹਾਨੂੰ, ਜਿਹੜੀ ਗੀਤ ਉਸ ਤਰ੍ਹਾਂ ਦਾ ਗਾਣੇ ਨਹੀਂ ਜਿੱਦਾਂ ਦੇ ਸਿੱਧੂ ਮੂਸੇਵਾਲਾ ਟਾਈਪ ਗੀਤ ਬਹੁਤ ਖੂਬਸੂਰਤ ਚੀਜ਼ ਹੈ। ਲੋਕ ਕਹੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ। ਉਹ ਗੀਤ ਉਹਦੇ ਪ੍ਰਸੰਗ ਇਹ ਬਣਦਾ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਇਸ ਗੱਲ ਨੂੰ ਤਾਇਦ ਕਰਨਗੇ ਕਿ ਬਹੁਤ ਸਾਰੇ ਸਾਡੇ ਲੋਕ ਵੰਡ ਵੇਲੇ, ਜਿਹਨੂੰ ਲੋਕ ਆਜ਼ਾਦੀ ਕਹਿੰਦੇ ਨੇ, ਵੰਡ ਮੈਂ ਉਹਨੂੰ ਕਹਿੰਦਾ ਹੁੰਦਾ, 12 ਦੇ ਵਿੱਚੋਂ ਉੱਠ ਕੇ ਪੱਛਮ ਦੇ ਵਿੱਚੋਂ ਉੱਠ ਕੇ ਇੱਥੇ ਆਏ। ਪਹਿਲਾਂ ਉੱਥੇ ਜਾ ਕੇ ਬਹੁਤ ਖੁਸ਼ਹਾਲ ਜ਼ਿੰਦਗੀ ਜਿਉਂਦੇ ਸੀ। ਮੇਰਾ ਪਰਿਵਾਰ ਵੀ, ਮੇਰੇ ਬਾਬਾ ਜੀ ਵੀ ਉੱਥੋਂ ਆਏ ਸੀ। ਮੇਰੇ ਬਾਬਾ ਜੀ ਨੂੰ ਆਪਣੇ ਆਖਰੀ ਸਾਹਾਂ ਤੱਕ ਲਾਹੌਰ ਨਹੀਂ ਸੀ ਭੁੱਲਦਾ। ਉਹ ਇਸ ਗੱਲ ਨਾਲ ਬਿਲਕੁਲ ਇਤਫਾਕ ਰੱਖਦੇ ਸੀ ਕਿ ਜਿਹੜਾ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਗੀਤ ਸੁਣਾਉਣਾ, ਜਿਹੜਾ ਉਦੋਂ ਮੈਂ ਲਿਖਿਆ ਜਦੋਂ ਮੇਰੇ ਬਾਬਾ ਜੀ ਦੀ ਬਰਸੀ ਸੀ ਤੇ ਇੱਕ ਡੈਲੀਗੇਸ਼ਨ ਰਾਈਟਰਸ ਦਾ ਲਾਹੌਰ ਗਿਆ ਹੋਇਆ ਸੀ। ਵੰਡੇ ਗਏ ਲੋਕ ਬਣ ਗਈਆਂ ਸੀ ਰਿਆਸਤਾਂ, ਦਿਲਾਂ ਵਿੱਚ ਕੰਧ ਪਾ ਕੇ ਬਹਿ ਗਈਆਂ ਸਿਆਸਤਾਂ, ਬੁੱਢੀਆਂ ਅੱਖਾਂ ਨੂੰ ਸਾਂਝਾ ਦੌਰ ਨਹੀਂ ਸੀ ਭੁੱਲਿਆ ਤੇ ਕਦੇ ਮੇਰੇ ਬਾਬੇ ਨੂੰ ਲਾਹੌਰ ਨਹੀਂ ਸੀ ਭੁੱਲਿਆ। ਤੋੜ ਕੇ ਵਿਚਾਲਿਓਂ ਮੁਹੱਬਤਾਂ ਦੀ ਬਾਤ ਨੂੰ, ਧੁੱਸ ਦੇ ਕੇ ਆਵੜੀ ਆਜ਼ਾਦੀ ਅੱਧੀ ਰਾਤ ਨੂੰ, ਜਬਰੀ ਉਜਾੜੇ ਦਾ ਉਹ ਤੌਰ ਨਹੀਂ ਸੀ ਭੁੱਲਿਆ ਤੇ ਕਦੇ ਮੇਰੇ ਬਾਬੇ ਨੂੰ ਲਾਹੌਰ ਨਹੀਂ ਸੀ ਭੁੱਲਿਆ। ਗੁਜਰਾਂ ਵਾਲੇ ਤੋਂ ਅੱਗੇ ਗੱਲ ਨਹੀਂ ਸੀ ਤੁਰਦੀ, ਬੈਲ ਮੀਆਂ ਵਾਲੀ ਦੇ ਤੇ ਗੱਡੀ ਲਾਇਲਪੁਰ ਦੀ, ਚੰਨੂ ਸਰਗੋਧਾ ਤੇ ਪਿਸ਼ੌਰ ਨਹੀਂ ਸੀ ਭੁੱਲਿਆ, ਕਦੇ ਮੇਰੇ ਬਾਬੇ ਨੂੰ ਲਾਹੌਰ ਨਹੀਂ ਸੀ ਭੁੱਲਿਆ। ਕਸੂਰ ਸਿਆਲਕੋਟ ਲੜਕਾਣਾ ਉਹਨੂੰ ਯਾਦ ਸੀ, ਆਖਰੀ ਸਮੇਂ ਵੀ ਨਨਕਾਣਾ ਉਹਨੂੰ ਯਾਦ ਸੀ, ਬਾਰ 'ਚ ਹੰਢਾਈ ਹੋਈ ਟੌਰ ਨਹੀਂ ਸੀ ਭੁੱਲਿਆ ਤੇ ਕਦੇ ਮੇਰੇ ਬਾਬੇ ਨੂੰ ਲਾਹੌਰ ਨਹੀਂ ਸੀ ਭੁੱਲਿਆ। ਇੱਕ ਵਾਰੀ ਧਰਨੇ ਤੇ ਚੰਡੀਗੜ੍ਹ ਗਿਆ ਸੀ ਮੈਂ। ਜਦੋਂ ਚੰਡੀਗੜ੍ਹ ਵਸਾਇਆ ਤੇ ਇਹ ਕਿਹਾ ਗਿਆ ਕਿ ਅਸੀਂ ਲਾਹੌਰ ਦੇ ਪੈਰਲਲ ਇੱਕ ਕਲਚਰਲ ਕੈਪੀਟਲ ਦੇ ਤੌਰ ਤੇ ਸ਼ਹਿਰ ਨੂੰ ਵਸਾਉਣ ਲੱਗੇ ਹਾਂ। ਇੱਕ ਵਾਰੀ ਧਰਨੇ ਤੇ ਚੰਡੀਗੜ੍ਹ ਗਿਆ ਸੀ, ਲਾਠੀ ਖਾ ਕੇ ਕਾਲੀ ਸੜਕ 'ਚ ਡਿੱਗ ਪਿਆ ਸੀ, ਫਿਰ ਕਦੇ ਨੀਲੇ ਹੋਏ ਮੋਰ ਨਹੀਂ ਸੀ ਭੁੱਲਿਆ, ਕਦੇ ਮੇਰੇ ਬਾਬੇ ਨੂੰ ਲਾਹੌਰ ਨਹੀਂ ਸੀ ਭੁੱਲਿਆ।